ਮੇਰੀ ਉਮਰ 32 ਸਾਲ ਹੈ ਤੇ ਮੇਰਾ ਨਾਮ ਵਿਦਿਆ ਹੈ, ਪਰ ਮੇਰਾ ਅਜੇ ਤੱਕ ਵਿਆਹ ਨਹੀਂ ਹੋਇਆ ਕਿਉਂਕਿ ਮੈਂ ਬਹੁਤ ਮੋਟੀ ਹਾਂ। ਜਿਹੜਾ ਵੀ ਰਿਸ਼ਤਾ ਲੈ ਕੇ ਆਉਂਦਾ ਮੇਰੇ ਮੋਟਾਪੇ ਨੂੰ ਦੇਖ ਕੇ ਵਾਪਸ ਚਲਾ ਜਾਂਦਾ। ਹੁਣ ਤਾਂ ਮੇਰਾ ਦਿਲ ਟੁੱਟਣ ਲੱਗਿਆ ਸੀ। ਮੈਂ ਆਪਣੇ ਮੋਟਾਪੇ ਨੂੰ ਘੱਟ ਕਰਨ ਲਈ ਕਈ ਨੁਸਖੇ ਅਪਣਾ ਚੁੱਕੀ ਸੀ, ਪਰ ਕੋਈ ਵੀ ਕੰਮ ਨਹੀਂ ਆਇਆ ਸੀ। ਇਹਨਾਂ ਦਿਨਾਂ ਵਿੱਚ ਹੀ ਮੇਰੀ ਮਾਂ ਨੇ ਦੇਖ ਕੇ ਮੇਰੇ ਭਰਾ ਦਾ ਵਿਆਹ ਕਰ ਦਿੱਤਾ, ਕਿਉਂਕਿ ਮੇਰੀ ਵਜ੍ਹਾ ਨਾਲ ਭਰਾ ਦਾ ਵਿਆਹ ਵੀ ਰੁਕਿਆ ਹੋਇਆ ਸੀ। ਮੇਰੀ ਮਾਂ ਨੇ ਸੋਚਿਆ ਕਿ ਬੇਟੀ ਦਾ ਵਿਆਹ ਫਿਰ ਹੋ ਜਾਵੇਗਾ, ਪਹਿਲਾਂ ਬੇਟੇ ਦਾ ਵਿਆਹ ਕਰ ਦੇਵਾਂ, ਬਹੂ ਘਰ ਆਵੇਗੀ ਤਾਂ ਕੋਈ ਨਾ ਕੋਈ ਨਵਾਂ ਰਿਸ਼ਤਾ ਹੱਥ ਲੱਗ ਜਾਵੇਗਾ। ਫਿਰ ਜਦ ਮਾਂ ਭਾਬੀ ਨੂੰ ਵਿਆਹ ਕੇ ਲਿਆਈ ਤਾਂ ਮੈਂ ਦੇਖਦੀ ਹੀ ਰਹਿ ਗਈ। ਭਾਬੀ ਬਹੁਤ ਹੀ ਖੂਬਸੂਰਤ, ਪਤਲੀ ਜਿਹੀ, ਗੋਰੀ ਚਿੱਟੀ ਕੁੜੀ ਸੀ। ਉਸ ਨੂੰ ਜੋ ਵੀ ਦੇਖਦਾ ਉਹ ਦੇਖਦਾ ਹੀ ਰਹਿ ਜਾਂਦਾ। ਮੈਂ ਬਹੁਤ ਖੁਸ਼ ਹੋਈ ਸੀ। ਕੁਝ ਹੀ ਦਿਨਾਂ ਵਿੱਚ ਮੇਰੀ ਭਾਬੀ ਨਾਲ ਦੋਸਤੀ ਹੋ ਗਈ ਸੀ। ਉਹ ਮੇਰੇ ਨਾਲ ਜ਼ਿਆਦਾ ਗੱਲ ਨਹੀਂ ਕਰਦੀ ਸੀ, ਪਰ ਮੈਂ ਉਸ ਦੀ ਸਮਾਰਟਨੈਸ ਦਾ ਰਾਜ਼ ਜਾਣਨਾ ਚਾਹੁੰਦੀ ਸੀ। ਹੌਲੀ ਹੌਲੀ ਮੇਰੀ ਭਾਬੀ ਨਾਲ ਦੋਸਤੀ ਗੂੜੀ ਹੁੰਦੀ ਗਈ। ਮੇਰੀ ਭਾਬੀ ਮੈਨੂੰ ਕਹਿੰਦੀ ਕਿ ਹੁਣ ਤੂੰ ਵੀ ਵਿਆਹ ਕਰਵਾ ਲੈ। ਮੈਂ ਕਿਹਾ ਕਿ ਮੈਂ ਕਿੱਦਾਂ ਕਰਵਾ ਲਵਾਂ, ਮੇਰੇ ਕੋਲ ਤੁਹਾਡੇ ਵਰਗੀ ਸਮਾਰਟਨੈਸ ਨਹੀਂ ਹੈ। ਮੇਰੇ ਕੋਲ ਨਾ ਤਾਂ ਤੁਹਾਡੇ ਵਰਗੀ ਖੂਬਸੂਰਤੀ ਹੈ ਤੇ ਨਾ ਹੀ ਅਜਿਹਾ ਵਜ਼ਨ ਹੈ ਕਿ ਕੋਈ ਮੈਨੂੰ ਨਜ਼ਰ ਭਰ ਕੇ ਦੇਖੇ। ਭਾਬੀ ਬੋਲੀ, ਇਸ ਵਿੱਚ ਕੀ ਹੈ, ਮੈਂ ਤੇਰਾ ਸਾਰਾ ਇਲਾਜ ਕਰ ਦਵਾਂਗੀ। ਮੈਂ ਭਾਬੀ ਨੂੰ ਹੈਰਾਨ ਹੋ ਕੇ ਦੇਖਣ ਲੱਗੀ ਕਿ ਭਾਬੀ ਮੇਰਾ ਇਲਾਜ ਕਿਵੇਂ ਕਰੇਗੀ। ਭਾਬੀ ਮੈਨੂੰ ਕਹਿਣ ਲੱਗੀ ਕਿ ਤੂੰ ਹੁਣੇ ਕੱਪੜੇ ਬਦਲ ਲੈ, ਆਪਾਂ ਡਾਕਟਰ ਦੇ ਕਲੀਨਿਕ ਵਿੱਚ ਜਾਂਦੇ ਹਾਂ। ਮੈਂ ਬਹੁਤ ਖੁਸ਼ ਹੋ ਗਈ। ਮੈਨੂੰ ਤਾਂ ਯਕੀਨ ਹੀ ਨਹੀਂ ਆ ਰਿਹਾ ਸੀ। ਅੱਜ ਪਹਿਲੀ ਵਾਰ ਕਿਸੇ ਨੇ ਮੈਨੂੰ ਡਾਕਟਰ ਕੋਲ ਜਾਣ ਲਈ ਕਿਹਾ ਸੀ, ਨਹੀਂ ਤਾਂ ਸਾਰੇ ਇਹੀ ਕਹਿੰਦੇ ਸਨ ਕਿ ਤੂੰ ਰੋਟੀ ਬਹੁਤ ਖਾਂਦੀ ਆ, ਘੱਟ ਕਰ ਲੈ ਤਾਂ ਠੀਕ ਹੋ ਜਾਵੇਂਗੀ। ਫਿਰ ਭਾਬੀ ਨੇ ਬਾਹਰ ਜਾ ਕੇ ਇੱਕ ਰਿਕਸ਼ਾ ਰੋਕਿਆ ਤੇ ਅਸੀਂ ਉਸ ਰਿਕਸ਼ੇ ਵਿੱਚ ਬੈਠ ਗਈਆਂ। ਕਰੀਬ 15-20 ਮਿੰਟ ਬਾਅਦ ਅਸੀਂ ਇੱਕ ਕਲੀਨਿਕ ਵਿੱਚ ਪਹੁੰਚੇ, ਪਰ ਮੈਨੂੰ ਦੇਖ ਕੇ ਬੜੀ ਹੈਰਾਨੀ ਹੋਈ ਕਿ ਇਸ ਕਲੀਨਿਕ ਤੇ ਕੋਈ ਬੋਰਡ ਵਗੈਰਾ ਨਹੀਂ ਲੱਗਿਆ ਹੋਇਆ ਸੀ, ਨਾ ਹੀ ਇਸ ਵਿੱਚ ਜ਼ਿਆਦਾ ਲੋਕ ਸਨ। ਬਸ ਮੇਰੇ ਵਰਗੀਆਂ ਕੁਝ ਔਰਤਾਂ ਉੱਥੇ ਬੈਠੀਆਂ ਸਨ, ਜਦ ਕਿ ਕੁਝ ਔਰਤਾਂ ਦੇ ਚਿਹਰੇ ਤੇ ਵੱਡੇ ਵੱਡੇ ਦਾਗ ਧੱਬੇ ਸਨ। ਉਹਨਾਂ ਨੂੰ ਦੇਖ ਕੇ ਮੈਨੂੰ ਆਪਣਾ ਚਿਹਰਾ ਬਿਹਤਰ ਲੱਗਿਆ। ਥੋੜੀ ਦੇਰ ਬਾਅਦ ਇੱਕ ਕੁੜੀ ਉੱਥੇ ਆਈ। ਉਹ ਉਹਨਾਂ ਸਭ ਔਰਤਾਂ ਨੂੰ ਦੇਖਣ ਲੱਗੀ ਜਿਹੜੀਆਂ ਉਸ ਕਮਰੇ ਵਿੱਚ ਬੈਠੀਆਂ ਸਨ। ਫਿਰ ਉਸ ਦੀ ਨਜ਼ਰ ਮੇਰੇ ਤੇ ਪਈ ਤਾਂ ਉਸਨੇ ਅਜੀਬ ਜਿਹੀ ਮੁਸਕਰਾਹਟ ਨਾਲ ਮੇਰੀ ਭਾਬੀ ਨੂੰ ਇਸ਼ਾਰਾ ਕੀਤਾ। ਭਾਬੀ ਨੇ ਵੀ ਇਸ਼ਾਰਿਆਂ ਨਾਲ ਉਸ ਨੂੰ ਕੁਝ ਕਿਹਾ ਤੇ ਫਿਰ ਮੈਨੂੰ ਲੈ ਕੇ ਬਾਹਰ ਆ ਗਈ। ਉਹ ਔਰਤ ਮੈਨੂੰ ਦੇਖ ਕੇ ਬਹੁਤ ਖੁਸ਼ ਹੋਈ। ਭਾਬੀ ਨੇ ਮੈਨੂੰ ਕਿਹਾ ਕਿ ਉਹ ਜੋ ਵੀ ਤੈਨੂੰ ਪੁੱਛੇ ਉਸ ਦਾ ਸਿੱਧਾ ਸਿੱਧਾ ਜਵਾਬ ਦੇਈਂ, ਫਿਰ ਇਹੀ ਤੈਨੂੰ ਵੱਡੀ ਡਾਕਟਰਨੀ ਦੇ ਕੋਲ ਲੈ ਕੇ ਜਾਵੇਗੀ। ਇਸ ਨਾਲ ਤੇਰਾ ਮਾਮਲਾ ਹੱਲ ਹੋ ਜਾਵੇਗਾ। ਮੈਨੂੰ ਕੀ ਪਤਾ ਸੀ ਮੇਰੀ ਕਿਸਮਤ ਬਦਲਣ ਵਾਲੀ ਹੈ ਤੇ ਭਾਬੀ ਤੇ ਭਰੋਸਾ ਕਰਕੇ ਮੈਂ ਇੱਕ ਬਹੁਤ ਵੱਡੀ ਗਲਤੀ ਕਰਨ ਵਾਲੀ ਹਾਂ। ਫਿਰ ਉਹ ਕੁੜੀ ਮੈਨੂੰ ਇੱਕ ਕਮਰੇ ਵਿੱਚ ਲੈ ਕੇ ਗਈ। ਉੱਥੇ ਭਾਬੀ ਮੌਜੂਦ ਨਹੀਂ ਸੀ। ਉਹ ਮੈਨੂੰ ਕਹਿਣ ਲੱਗੀ ਕਿ ਪਹਿਲਾਂ ਤੇਰੇ ਮੋਟਾਪੇ ਨੂੰ ਨਾਪਣਾ ਪਵੇਗਾ, ਪਤਾ ਲਗਾਉਣਾ ਪਵੇਗਾ ਕਿ ਸਰੀਰ ਵਿੱਚ ਪਾਣੀ ਕਿੰਨਾ ਹੈ ਤੇ ਚਰਬੀ ਕਿੰਨੀ ਹੈ। ਤੂੰ ਇਸ ਬੈੱਡ ਤੇ ਲੇਟ ਜਾ, ਮੈਂ ਮਸ਼ੀਨ ਲੈ ਕੇ ਆਉਂਦੀ ਹਾਂ। ਮੈਂ ਬਹੁਤ ਹੈਰਾਨ ਹੋਈ, ਪਰ ਭਾਬੀ ਨੇ ਕਿਹਾ ਸੀ ਚੁੱਪਚਾਪ ਇਸ ਔਰਤ ਦੀ ਗੱਲ ਮੰਨ ਲੈਣਾ, ਅਜਿਹਾ ਨਾ ਹੋਵੇ ਕਿ ਬਾਅਦ ਵਿੱਚ ਕੋਈ ਗੱਲ ਹੋਵੇ। ਫਿਰ ਮੈਂ ਬੈੱਡ ਤੇ ਲੇਟ ਗਈ ਤੇ ਉਸ ਦੇ ਕਹਿਣ ਮੁਤਾਬਕ ਅੱਖਾਂ ਬੰਦ ਕਰ ਲਈਆਂ। ਉਸ ਤੋਂ ਬਾਅਦ ਭਗਵਾਨ ਜਾਣਦਾ ਹੈ ਕੀ ਹੋਇਆ, ਮੈਨੂੰ ਕੁਝ ਨਹੀਂ ਪਤਾ। ਕੁਝ ਦੇਰ ਬਾਅਦ ਹੀ ਮੈਨੂੰ ਕੁਝ ਆਵਾਜ਼ ਆਈ, ਸ਼ਾਇਦ ਉਹ ਔਰਤ ਕਮਰੇ ਵਿੱਚ ਦਾਖਲ ਹੋਈ ਸੀ। ਫਿਰ ਕਿਸੇ ਨੇ ਮੇਰੀਆਂ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ। ਮੈਨੂੰ ਬਹੁਤ ਡਰ ਲੱਗ ਰਿਹਾ ਸੀ ਕਿਉਂਕਿ ਭਾਬੀ ਵੀ ਮੇਰੇ ਕੋਲ ਨਹੀਂ ਸੀ। ਪੱਟੀ ਬੰਨ੍ਹਣ ਤੋਂ ਬਾਅਦ ਮੈਨੂੰ ਕੁਝ ਪਤਾ ਨਹੀਂ ਚੱਲਿਆ। ਫਿਰ ਜਦ ਮੇਰੀ ਪੱਟੀ ਖੋਲ੍ਹੀ ਤਾਂ ਮੈਂ ਬਿਲਕੁਲ ਵੈਸੇ ਦੀ ਵੈਸੀ ਹੀ ਸੀ। ਮੇਰੇ ਵਿੱਚ ਕੋਈ ਬਦਲਾਵ ਨਹੀਂ ਆਇਆ ਸੀ। ਇਸ ਤਰ੍ਹਾਂ ਇਹ ਸਿਰਫ 5 ਤੋਂ 7 ਮਿੰਟ ਤੱਕ ਦਾ ਸੀ। ਮੈਨੂੰ ਮੇਰੇ ਪੂਰੇ ਸਰੀਰ ਵਿੱਚ ਜਲਨ ਜਿਹੀ ਮਹਿਸੂਸ ਹੋਣ ਲੱਗੀ। ਮੈਂ ਉਸ ਔਰਤ ਨੂੰ ਪੁੱਛਿਆ ਕਿ ਇਹ ਕੀ ਸੀ, ਮੇਰੇ ਨਾਲ ਤੂੰ ਕੀ ਕੀਤਾ ਹੈ। ਉਹ ਬੋਲੀ ਕਿ ਮੈਂ ਤੇਰਾ ਅਲਟਰਾਸਾਊਂਡ ਕੀਤਾ ਹੈ। ਇਸ ਵਿੱਚ ਹੈਰਾਨ ਹੋਣ ਵਾਲੀ ਕਿਹੜੀ ਗੱਲ ਹੈ। ਅਲਟਰਾਸਾਊਂਡ? ਮੇਰੇ ਦਿਮਾਗ ਵਿੱਚ ਕਈ ਗੱਲਾਂ ਘੁੰਮਣ ਲੱਗੀਆਂ। ਅਲਟਰਾਸਾਊਂਡ ਤਾਂ ਉਹਨਾਂ ਔਰਤਾਂ ਦਾ ਕੀਤਾ ਜਾਂਦਾ ਹੈ ਜਿਨ੍ਹਾਂ ਦੇ ਕੋਈ ਬੱਚੇ ਵਗੈਰਾ ਦਾ ਮਸਲਾ ਹੋਵੇ। ਫਿਰ ਅਲਟਰਾਸਾਊਂਡ ਕਰਨ ਲੱਗੇ ਪੇਟ ਤੇ ਇੱਕ ਖਾਸ ਕਿਸਮ ਦੀ ਜੈਲ ਲਗਾਈ ਜਾਂਦੀ ਹੈ ਤੇ ਫਿਰ ਇੱਕ ਛੋਟੀ ਜਿਹੀ ਮਸ਼ੀਨ ਪੇਟ ਤੇ ਫੇਰ ਕੇ ਅਲਟਰਾਸਾਊਂਡ ਕੀਤਾ ਜਾਂਦਾ ਹੈ। ਤੇ ਇਸ ਔਰਤ ਨੇ ਤਾਂ ਮੈਨੂੰ ਹੱਥ ਤੱਕ ਨਹੀਂ ਲਗਾਇਆ ਸੀ। ਫਿਰ ਅਜਿਹਾ ਕਿਹੜਾ ਅਲਟਰਾਸਾਊਂਡ ਸੀ ਜਿਹੜਾ ਕਿ ਬਿਨਾਂ ਮਸ਼ੀਨ ਤੋਂ ਹੋ ਗਿਆ। ਮੈਨੂੰ ਬਹੁਤ ਅਜੀਬ ਲੱਗ ਰਿਹਾ ਸੀ। ਫਿਰ ਉਹ ਮੈਨੂੰ ਆਪਣੇ ਸਾਹਮਣੇ ਬਿਠਾ ਕੇ ਮੈਨੂੰ ਕੁਝ ਸਵਾਲ ਕਰਨ ਲੱਗੀ, ਜਿਵੇਂ ਮੋਟਾਪਾ ਤੈਨੂੰ ਕਦੋਂ ਤੋਂ ਹੈ, ਤੂੰ ਕੀ ਖਾਂਦੀ ਹੈ, ਕਿੰਨਾ ਖਾਂਦੀ ਹੈ। ਮੈਂ ਜੋ ਜਵਾਬ ਦਿੰਦੀ ਸੀ ਉਹ ਉਹਨਾਂ ਨੂੰ ਇੱਕ ਕਾਪੀ 'ਤੇ ਨੋਟ ਕਰਦੀ ਗਈ। ਜਦ ਸਾਰੀ ਜਾਣਕਾਰੀ ਪੂਰੀ ਹੋ ਗਈ ਤਾਂ ਉਸਨੇ ਮੈਨੂੰ ਕਿਹਾ ਕਿ ਹੁਣ ਤੂੰ ਬਾਹਰ ਜਾ ਤੇ ਆਪਣੀ ਭਾਬੀ ਨੂੰ ਅੰਦਰ ਭੇਜ ਦੇ।
ਮੈਂ ਡਰਦੇ ਡਰਦੇ ਬਾਹਰ ਚਲੀ ਗਈ। ਮੈਨੂੰ ਤਾਂ ਪਤਾ ਵੀ ਨਹੀਂ ਸੀ ਕਿ ਮੇਰਾ ਵਜ਼ਨ ਘੱਟ ਹੋ ਵੀ ਸਕੇਗਾ ਜਾਂ ਨਹੀਂ। ਭਾਬੀ ਨੂੰ ਮੈਂ ਅੰਦਰ ਕਮਰੇ ਵਿੱਚ ਭੇਜ ਦਿੱਤਾ ਤੇ ਖੁਦ ਦਰਵਾਜ਼ੇ ਦੇ ਬਾਹਰ ਖੜੀ ਹੋ ਗਈ। ਦਰਅਸਲ ਮੈਨੂੰ ਬੜਾ ਅਜੀਬ ਲੱਗ ਰਿਹਾ ਸੀ ਕਿ ਮੈਂ ਇੱਥੇ ਖੜੀ ਹਾਂ। ਮੈਂ ਦਰਵਾਜ਼ੇ ਦੇ ਥੋੜ੍ਹਾ ਜਿਹਾ ਹੋਰ ਨਜ਼ਦੀਕ ਹੋ ਕੇ ਖੜੀ ਹੋ ਗਈ ਤਾਂ ਮੇਰੇ ਕੰਨਾਂ ਵਿੱਚ ਭਾਬੀ ਅਤੇ ਉਸਦੀ ਔਰਤ ਦੀਆਂ ਗੱਲਾਂ ਪੈਣ ਲੱਗੀਆਂ। ਮੈਨੂੰ ਅੰਦਰ ਤੋਂ ਹੱਸਣ ਦੀ ਆਵਾਜ਼ ਆਈ। ਮੈਂ ਹੈਰਾਨ ਹੋ ਗਈ ਕਿ ਭਾਬੀ ਦੀ ਇਸ ਔਰਤ ਨਾਲ ਚੰਗੀ ਦੋਸਤੀ ਸੀ ਜਾਂ ਫਿਰ ਉਹ ਪਹਿਲਾਂ ਤੋਂ ਹੀ ਇਸ ਔਰਤ ਨੂੰ ਜਾਣਦੀ ਸੀ, ਕਿਉਂਕਿ ਉਹਨਾਂ ਦੋਨਾਂ ਦੇ ਹੱਸਣ ਦੀ ਆਵਾਜ਼ ਤੋਂ ਇਸ ਤਰ੍ਹਾਂ ਲੱਗ ਰਿਹਾ ਸੀ। ਖੈਰ, ਮੈਂ ਕੁਝ ਕਰ ਨਹੀਂ ਸਕਦੀ ਸੀ। ਮੈਨੂੰ ਆਪਣੀ ਭਾਬੀ 'ਤੇ ਪੂਰਾ ਭਰੋਸਾ ਸੀ। ਕੁਝ ਦੇਰ ਬਾਅਦ ਭਾਬੀ ਕਮਰੇ ਤੋਂ ਬਾਹਰ ਆਈ ਤੇ ਮੈਨੂੰ ਕਹਿਣ ਲੱਗੀ ਕਿ ਜਲਦੀ ਕਰ, ਘਰ ਚੱਲੀਏ, ਕਾਫੀ ਦੇਰ ਹੋ ਗਈ ਹੈ, ਤੇਰਾ ਭਰਾ ਵੀ ਆਉਣ ਵਾਲਾ ਹੋਵੇਗਾ। ਮੈਂ ਭਾਬੀ ਦੀ ਹੜਬੜੀ ਨੂੰ ਸਮਝ ਨਾ ਸਕੀ। ਮੈਂ ਵੀ ਉਸਦੇ ਪਿੱਛੇ ਪਿੱਛੇ ਚੱਲ ਪਈ। ਭਾਬੀ ਨੇ ਫੌਰਨ ਰੋਡ ਤੇ ਜਾ ਕੇ ਰਿਕਸ਼ਾ ਲਈ ਤੇ ਫਿਰ ਅਸੀਂ ਰਿਕਸ਼ੇ ਵਿੱਚ ਬੈਠ ਗਈਆਂ। ਪੂਰੇ ਰਸਤੇ ਭਾਬੀ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ। ਉਹ ਗੁੰਮ-ਸੁੰਮ ਹੀ ਰਹੀ। 15-20 ਮਿੰਟ ਵਿੱਚ ਅਸੀਂ ਘਰ ਪਹੁੰਚ ਗਏ। ਫਿਰ ਭਾਬੀ ਨੇ ਰਿਕਸ਼ੇ ਵਾਲੇ ਨੂੰ ਪੈਸੇ ਦਿੱਤੇ ਤੇ ਭੇਜ ਦਿੱਤਾ। ਰਿਕਸ਼ੇ ਵਾਲਾ ਮੈਨੂੰ ਬੜੀ ਤਰਸ ਭਰੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ। ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਉਸਨੂੰ ਕੁਝ ਪਤਾ ਹੋਵੇ ਤੇ ਉਹ ਮੈਨੂੰ ਕੁਝ ਦੱਸਣਾ ਚਾਹੁੰਦਾ ਹੋਵੇ। ਉਸਨੇ ਮੈਨੂੰ ਆਵਾਜ਼ ਵੀ ਦਿੱਤੀ ਕਿ ਰੁਕੋ, ਗੱਲ ਸੁਣੋ, ਪਰ ਮੇਰੀ ਭਾਬੀ ਨੇ ਉਸਨੂੰ ਝਿੜਕ ਕੇ ਭੇਜ ਦਿੱਤਾ ਸੀ। ਮੈਂ ਬਹੁਤ ਪਰੇਸ਼ਾਨ ਹੋਈ। ਮੇਰਾ ਦਿਲ ਕੀਤਾ ਕਿ ਮੈਂ ਭਾਬੀ ਨੂੰ ਸਾਰੀ ਗੱਲ ਪੁੱਛ ਲਵਾਂ। ਮੈਂ ਉਹਨਾਂ ਨੂੰ ਕਹਾਂ ਕਿ ਮੈਂ ਭਰਾ ਨੂੰ ਸਭ ਕੁਝ ਦੱਸ ਦਵਾਂਗੀ, ਪਰ ਮੈਂ ਕੁਝ ਨਹੀਂ ਕਰ ਸਕਦੀ ਸੀ ਕਿਉਂਕਿ ਮੇਰਾ ਵਜ਼ਨ ਹੀ ਬਹੁਤ ਜ਼ਿਆਦਾ ਸੀ ਤੇ ਮੇਰੇ ਮੋਟਾਪੇ ਦਾ ਇਲਾਜ ਮੇਰੀ ਭਾਬੀ ਨੇ ਹੀ ਕਰਵਾਉਣਾ ਸੀ। ਜਦ ਅਸੀਂ ਘਰ ਪਹੁੰਚੇ ਤਾਂ ਮੇਰੀ ਭਾਬੀ ਮੇਰੇ ਨਾਲ ਗੱਲ ਕਰਨ ਦੀ ਬਜਾਏ ਸਿੱਧਾ ਆਪਣੇ ਕਮਰੇ ਵਿੱਚ ਚਲੇ ਗਈ। ਮੈਂ ਵੀ ਉਹਨਾਂ ਦੇ ਪਿੱਛੇ ਪਿੱਛੇ ਗਈ ਕਿ ਸ਼ਾਇਦ ਉਹ ਮੈਨੂੰ ਮੇਰੇ ਇਲਾਜ ਦੇ ਬਾਰੇ ਕੁਝ ਦੱਸਣਗੇ, ਪਰ ਉਹਨਾਂ ਨੇ ਤੁਰੰਤ ਹੀ ਦਰਵਾਜ਼ਾ ਬੰਦ ਕਰ ਲਿਆ ਤੇ ਮੈਂ ਬਾਹਰ ਬੁੱਤ ਵਾਂਗ ਬਣੀ ਖੜੀ ਰਹੀ, ਦੇਖਦੀ ਰਹੀ। ਫਿਰ ਮੈਂ ਕੁਝ ਦੇਰ ਉੱਥੇ ਖੜੀ ਇੰਤਜ਼ਾਰ ਕਰਦੀ ਰਹੀ, ਪਰ ਭਾਬੀ ਬਾਹਰ ਨਾ ਆਈ। ਫਿਰ ਮੈਂ ਅਜੀਬ ਖਿਆਲ ਸੋਚ ਕੇ ਆਪਣੇ ਕਮਰੇ ਵਿੱਚ ਆ ਗਈ। ਥੋੜੀ ਦੇਰ ਬਾਅਦ ਮੇਰੀ ਮਾਂ ਨੇ ਕਿਹਾ ਕਿ ਤੈਨੂੰ ਤੇਰੀ ਭਾਬੀ ਬੁਲਾ ਰਹੀ ਹੈ। ਮੈਂ ਬਾਹਰ ਗਈ ਤਾਂ ਮੇਰੀ ਭਾਬੀ ਬਹੁਤ ਖੁਸ਼ ਲੱਗ ਰਹੀ ਸੀ। ਮੇਰੇ ਗਲੇ ਲੱਗ ਕੇ ਬੋਲੀ ਕਿ ਤੂੰ ਤਾਂ ਮੇਰੀ ਸਭ ਤੋਂ ਚੰਗੀ ਭੈਣ ਆ। ਮੈਂ ਅੱਜ ਬਹੁਤ ਖੁਸ਼ ਹਾਂ, ਤੇਰਾ ਇਲਾਜ ਤਾਂ ਹੋ ਹੀ ਜਾਵੇਗਾ। ਭਾਬੀ ਦੀ ਗੱਲ ਸੁਣ ਕੇ ਮੈਂ ਵੀ ਬਹੁਤ ਖੁਸ਼ ਹੋਈ। ਭਾਬੀ ਦੇ ਚਿਹਰੇ 'ਤੇ ਖੁਸ਼ੀ ਸਾਫ਼-ਸਾਫ਼ ਦਿਖਾਈ ਦੇ ਰਹੀ ਸੀ। ਉਹਨਾਂ ਨੇ ਆਪਣੇ ਪਰਸ ਵਿੱਚੋਂ ਕੱਢ ਕੇ ਮੈਨੂੰ 1000 ਰੁਪਏ ਦਿੱਤੇ ਤੇ ਕਹਿਣ ਲੱਗੀ ਕਿ ਲੈ, ਤੇਰਾ ਜੋ ਦਿਲ ਕਰਦਾ ਹੈ ਖਾ ਲੈ। ਮੈਂ ਹੈਰਾਨ ਹੋ ਕੇ ਬੋਲੀ ਕਿ ਭਾਬੀ, ਤੂੰ ਤਾਂ ਮੈਨੂੰ ਮੋਟਾਪੇ ਦੇ ਇਲਾਜ ਲਈ ਲੈ ਕੇ ਗਈ ਸੀ ਤੇ ਹੁਣ ਖਾਣ ਲਈ ਮੈਨੂੰ ਪੈਸੇ ਦੇ ਰਹੀ ਆਂ। ਇਹ ਕੀ ਗੱਲ ਹੋਈ ਭਲਾ? ਉਹ ਹੱਸ ਕੇ ਕਹਿਣ ਲੱਗੀ ਕਿ ਅੱਜ ਜੋ ਤੇਰਾ ਦਿਲ ਕਰਦਾ ਹੈ ਖਾ ਪੀ ਲੈ, ਕੱਲ ਤੋਂ ਚੰਗੀ ਤਰ੍ਹਾਂ ਡਾਈਟਿੰਗ ਕਰੀ ਤੇ ਮੈਂ ਤੇਰਾ ਇਲਾਜ ਵੀ ਕਰਵਾਵਾਂਗੀ। ਤੇ ਹਾਂ, ਉਸ ਡਾਕਟਰਨੀ ਨੇ ਮੈਨੂੰ ਦਵਾਈ ਵੀ ਦਿੱਤੀ ਹੈ। ਉਸ ਦਵਾਈ ਦੇ ਨਾਲ 15 ਦਿਨਾਂ ਵਿੱਚ ਤੇਰੇ ਪੇਟ ਦੀ ਚਰਬੀ ਪਿਘਲ ਕੇ ਖਤਮ ਹੋ ਜਾਵੇਗੀ। ਮੈਂ ਇਹ ਸਭ ਸੁਣ ਕੇ ਬਹੁਤ ਖੁਸ਼ ਹੋਈ। ਮੈਂ ਕਿਹਾ, ਸੱਚੀ? ਮੈਨੂੰ ਤਾਂ ਲੱਗਿਆ ਸੀ ਕਿ ਮੇਰਾ ਕੋਈ ਇਲਾਜ ਨਹੀਂ ਹੋ ਸਕਦਾ। ਮੇਰੀ ਗੱਲ ਤੇ ਭਾਬੀ ਹੱਸਣ ਲੱਗੀ ਤੇ ਫਿਰ ਸ਼ੈਤਾਨੀ ਜਿਹੀ ਮੁਸਕਰਾਹਟ ਨਾਲ ਕਹਿਣ ਲੱਗੀ, ਤੇਰਾ ਇਲਾਜ ਮੁਮਕਿਨ ਹੈ, ਬਸ ਤੈਨੂੰ ਥੋੜਾ ਸਬਰ ਕਰਨ ਦੀ ਜ਼ਰੂਰਤ ਹੈ। ਭਾਬੀ ਦੀਆਂ ਅਜਿਹੀਆਂ ਗੱਲਾਂ ਸੁਣ ਕੇ ਮੈਂ ਫਿਰ ਤੋਂ ਖਾਮੋਸ਼ ਹੋ ਗਈ। ਗੱਲਾਂ-ਗੱਲਾਂ ਵਿੱਚ ਸਾਨੂੰ ਪਤਾ ਹੀ ਨਹੀਂ ਚੱਲਿਆ ਕਿ ਕਦੋਂ ਮੇਰਾ ਭਾਈ ਘਰ ਆ ਗਿਆ। ਫਿਰ ਮੈਂ ਤੇ ਮੇਰੇ ਭਰਾ ਨੇ ਖੂਬ ਮਸਤੀ ਕੀਤੀ ਤੇ ਅਸੀਂ ਖਾਣਾ ਬਾਹਰ ਤੋਂ ਮੰਗਵਾਇਆ ਤੇ ਖਾਧਾ। ਇਹਨਾਂ ਸਭ ਵਿੱਚ ਮੈਂ ਦਵਾਈ ਲੈਣਾ ਭੁੱਲ ਹੀ ਗਈ। ਸਾਰੇ ਕੰਮਾਂ ਨੂੰ ਖਤਮ ਕਰਕੇ ਮੇਰੀ ਭਾਬੀ ਮੇਰੇ ਕਮਰੇ ਵਿੱਚ ਆਈ। ਉਹਨਾਂ ਦੇ ਹੱਥ ਵਿੱਚ ਇੱਕ ਛੋਟੀ ਜਿਹੀ ਸ਼ੀਸ਼ੀ ਸੀ। ਉਹ ਮੇਰੇ ਵੱਲ ਦੇਖਦੇ ਹੋਏ ਬੋਲੀ ਕਿ ਇਹ ਮੈਨੂੰ ਡਾਕਟਰਨੀ ਨੇ ਦਿੱਤੀ ਹੈ। ਮੈਂ ਕਿਹਾ ਕਿ ਇਸ ਨਾਲ ਕੀ ਹੋਵੇਗਾ? ਇਹ ਤਾਂ ਬਿਲਕੁਲ ਛੋਟੀ ਜਿਹੀ ਸ਼ੀਸ਼ੀ ਹੈ। ਭਾਬੀ ਕਹਿਣ ਲੱਗੀ ਕਿ ਨਹੀਂ, ਇਸੇ ਨਾਲ ਤਾਂ ਸਭ ਕੁਝ ਹੋਵੇਗਾ। ਇਹ ਬਹੁਤ ਅਸਰਦਾਰ ਦਵਾਈ ਹੈ। ਇਹ ਕਹਿ ਕੇ ਭਾਬੀ ਨੇ ਮੈਨੂੰ ਬੋਤਲ ਦਿਖਾਈ ਤਾਂ ਉਸ ਵਿੱਚ ਕਿਸੇ ਖਾਸ ਕਿਸਮ ਦਾ ਤੇਲ ਸੀ। ਭਾਬੀ ਨੇ ਮੈਨੂੰ ਦੱਸਿਆ ਕਿ ਇਸ ਦੀ ਇੱਕ ਬੂੰਦ ਨੱਕ ਵਿੱਚ ਪਾ ਕੇ ਸੌਂ ਜਾਵੀਂ। ਸਵੇਰੇ ਉੱਠੇਂਗੀ ਤਾਂ ਤੇਰਾ ਵਜ਼ਨ ਘੱਟ ਹੋਣ ਦੇ ਲਈ ਤੇਰੇ ਸਰੀਰ ਵਿੱਚ ਕਾਫੀ ਬਦਲਾਅ ਹੋਣੇ ਸ਼ੁਰੂ ਹੋ ਜਾਣਗੇ। ਭਾਬੀ ਦੀ ਇਹ ਗੱਲ ਸੁਣ ਕੇ ਮੈਂ ਬਹੁਤ ਖੁਸ਼ ਹੋ ਗਈ। ਭਾਬੀ ਨੇ ਕਿਹਾ ਕਿ ਇਹ ਦਵਾਈ ਬਹੁਤ ਮਹਿੰਗੀ ਹੈ। ਇਹ ਮੈਂ ਤੇਰੇ ਲਈ 5000 ਦੀ ਲਈ ਹੈ। ਇਸ ਨੂੰ ਬਹੁਤ ਸੰਭਾਲ ਕੇ ਰੱਖੀਂ। ਇੱਕ ਬੂੰਦ ਨੱਕ ਵਿੱਚ ਪਾਉਂਦੀ ਰਹੀਂ। ਇਸ ਨਾਲ ਤੈਨੂੰ ਬਹੁਤ ਮਦਦ ਮਿਲੇਗੀ। ਮੈਂ ਭਾਬੀ ਦੀ ਗੱਲ ਸੁਣ ਕੇ ਬਹੁਤ ਸ਼ੁਕਰਗੁਜ਼ਾਰ ਹੋਈ। ਫਿਰ ਭਾਬੀ ਨੂੰ ਕੁਝ ਯਾਦ ਆਇਆ ਤੇ ਉਹ ਕਹਿਣ ਲੱਗੀ ਕਿ ਇਸ ਦਵਾਈ ਨੂੰ ਨੱਕ ਵਿੱਚ ਪਾਉਣ ਤੋਂ ਬਾਅਦ ਤੂੰ ਇੱਧਰ ਉੱਧਰ ਘੁੰਮੀ ਨਾ, ਕਮਰੇ ਵਿੱਚ ਹੀ ਰਹੀਂ, ਕਿਉਂਕਿ ਇਸ ਨੂੰ ਪਾਉਣ ਨਾਲ ਨੀਂਦ ਬਹੁਤ ਆਉਂਦੀ ਹੈ। ਮੈਂ ਕਿਹਾ, ਠੀਕ ਹੈ ਭਾਬੀ, ਮੈਂ ਕਿਤੇ ਨਹੀਂ ਜਾਵਾਂਗੀ, ਕਮਰੇ ਵਿੱਚ ਹੀ ਰਹਾਂਗੀ ਤੇ ਦਵਾਈ ਦਾ ਪੂਰਾ ਕੋਰਸ ਵੀ ਕਰਾਂਗੀ। ਬਹੁਤ ਚੰਗੀ ਗੱਲ ਹੈ। ਚੱਲ ਮੈਂ ਹੁਣ ਚੱਲਦੀ ਹਾਂ, ਰਾਤ ਬਹੁਤ ਹੋ ਗਈ ਹੈ। ਇਹ ਕਹਿ ਕੇ ਭਾਬੀ ਆਪਣੇ ਕਮਰੇ ਵਿੱਚ ਚਲੇ ਗਈ ਤੇ ਮੈਂ ਉਸ ਸ਼ੀਸ਼ੀ ਨੂੰ ਦੇਖਣ ਲੱਗੀ ਜਿਹੜੀ ਕਿ ਬਹੁਤ ਛੋਟੀ ਜਿਹੀ ਸੀ।
ਇਸ ਤਰ੍ਹਾਂ ਲੱਗਦਾ ਸੀ ਜਿਵੇਂ ਸ਼ੀਸ਼ੀ 'ਚ ਤੇਲ ਨਹੀਂ, ਜ਼ਹਿਰ ਦਾ ਕਤਰਾ ਹੋਵੇ। ਜਦੋਂ ਮੈਂ ਸ਼ੀਸ਼ੀ ਖੋਲ੍ਹੀ ਤਾਂ ਇਸ ਵਿੱਚ ਅਜੀਬ ਜਿਹੀ ਬਦਬੂ ਆਈ। ਫਿਰ ਮੈਂ ਦਰਵਾਜ਼ਾ ਬੰਦ ਕਰ ਲਿਆ ਤੇ ਇਸ ਦੀਆਂ ਇੱਕ-ਇੱਕ ਬੂੰਦਾਂ ਨੱਕ ਵਿੱਚ ਪਾ ਕੇ ਸੌਂ ਗਈ। ਉਸ ਰਾਤ ਮੈਨੂੰ ਕਾਫੀ ਗਹਿਰੀ ਨੀਂਦ ਆਈ ਸੀ। ਮੈਂ ਕਾਫੀ ਦੇਰ ਤੱਕ ਸੌਂਦੀ ਰਹੀ, ਜਿਵੇਂ ਕੋਈ ਬੇਹੋਸ਼ ਹੋਇਆ ਹੋਵੇ। ਸਵੇਰ ਦੇ 10 ਵਜੇ ਮੇਰੀ ਮਾਂ ਨੇ ਜਦ ਜ਼ੋਰ-ਜ਼ੋਰ ਦੀ ਦਰਵਾਜ਼ਾ ਖੜਕਾਇਆ। ਮਾਂ ਦੀ ਆਵਾਜ਼ ਸੁਣ ਕੇ ਮੈਂ ਵੀ ਬਹੁਤ ਡਰ ਗਈ ਸੀ, ਕਿਉਂਕਿ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਸੀ। ਜਦ ਮੇਰੀ ਨਜ਼ਰ ਘੜੀ 'ਤੇ ਗਈ ਤਾਂ ਮੈਂ ਵੀ ਹੈਰਾਨ ਰਹਿ ਗਈ ਸੀ। ਮੈਂ ਅੱਜ ਤੱਕ ਕਦੇ ਵੀ ਇੰਨੀ ਲੇਟ ਨਹੀਂ ਉੱਠੀ ਸੀ। ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਮੇਰੀ ਮਾਂ ਵੀ ਹੈਰਾਨ ਸੀ ਤੇ ਉਹ ਪੁੱਛਣ ਲੱਗੀ ਕਿ ਤੂੰ ਤਾਂ ਬਹੁਤ ਜਲਦੀ ਉੱਠਦੀ ਆਂ, ਤਾਂ ਫਿਰ ਅੱਜ ਕੀ ਗੱਲ ਹੋ ਗਈ? ਮਾਂ ਦੇ ਕਹਿਣ ਨਾਲ ਮੈਂ ਸੱਚਮੁੱਚ ਹੀ ਆਪਣੇ ਆਪ ਨੂੰ ਹੈਰਾਨ ਹੋ ਕੇ ਦੇਖ ਰਹੀ ਸੀ, ਕਿਉਂਕਿ ਮੇਰੇ ਵਿੱਚੋਂ ਵੀ ਬਦਬੂ ਆ ਰਹੀ ਸੀ, ਜਿਵੇਂ ਮੈਂ ਕਿਸੇ ਚਿੱਕੜ ਵਿੱਚ ਸੁੱਤੀ ਹੋਵਾਂ। ਉਹ ਤਾਂ ਸ਼ੁਕਰ ਹੈ ਕਿ ਮਾਂ ਨੇ ਇਸ ਗੱਲ ਨੂੰ ਮਹਿਸੂਸ ਨਹੀਂ ਕੀਤਾ। ਮੈਂ ਖਾਣਾ ਖਾਣ ਤੋਂ ਪਹਿਲਾਂ ਆਪਣੇ ਕਮਰੇ ਵਿੱਚ ਨਹਾਉਣ ਲਈ ਚਲੇ ਗਈ। ਨਹਾ ਕੇ ਮੈਨੂੰ ਥੋੜ੍ਹਾ ਫਰੈਸ਼ ਮਹਿਸੂਸ ਹੋਇਆ। ਮੈਨੂੰ ਬਹੁਤ ਅਜੀਬ ਜਿਹਾ ਲੱਗ ਰਿਹਾ ਸੀ। ਪਹਿਲਾਂ ਕਦੇ ਵੀ ਸੌਣ ਤੋਂ ਬਾਅਦ ਮੇਰੇ ਕੱਪੜੇ ਇਸ ਤਰ੍ਹਾਂ ਬਦਬੂਦਾਰ ਨਹੀਂ ਹੋਏ ਸਨ। ਥੋੜ੍ਹੀ ਦੇਰ ਬਾਅਦ ਮੈਂ ਨਾਸ਼ਤਾ ਕਰਨ ਲਈ ਗਈ ਤਾਂ ਮੇਰੀ ਭਾਬੀ ਵੀ ਮੇਰੇ ਕੋਲ ਹੀ ਬੈਠੀ ਸੀ। ਉਹ ਮੈਨੂੰ ਦੇਖ-ਦੇਖ ਕੇ ਬਹੁਤ ਖੁਸ਼ ਹੋ ਰਹੀ ਸੀ। ਉਹ ਮੈਨੂੰ ਕਹਿਣ ਲੱਗੀ ਕਿ ਰਾਤ ਨੀਂਦ ਕਿਵੇਂ ਆਈ। ਮੈਂ ਭਾਬੀ ਨੂੰ ਇਹ ਵੀ ਨਹੀਂ ਕਹਿ ਸਕਦੀ ਸੀ ਕਿ ਮੈਨੂੰ ਬਹੁਤ ਜ਼ਿਆਦਾ ਨੀਂਦ ਆਈ, ਬਲਕਿ ਨਸ਼ੇ ਵਾਲੀ ਨੀਂਦ ਆਈ, ਕਿਉਂਕਿ ਮਾਂ ਵੀ ਕੋਲ ਬੈਠੀ ਸੀ ਤੇ ਹੋ ਸਕਦਾ ਹੈ ਕਿ ਉਹ ਮੈਨੂੰ ਇਸ ਗੱਲ ਲਈ ਝਿੜਕਦੀ ਵੀ ਕਿ ਤੂੰ ਭਾਬੀ ਨਾਲ ਕਲੀਨਿੰਗ ਵਿੱਚ ਇਕੱਲੀ ਕਿਉਂ ਗਈ ਸੀ। ਮੈਂ ਚੁੱਪ ਰਹੀ। ਨਾਸ਼ਤੇ ਤੋਂ ਬਾਅਦ ਭਾਬੀ ਨੇ ਮੈਨੂੰ ਖੁਦ ਹੀ ਆਪਣੇ ਕਮਰੇ ਵਿੱਚ ਆਉਣ ਦਾ ਇਸ਼ਾਰਾ ਕੀਤਾ। ਮੈਂ ਜਿਵੇਂ ਹੀ ਉਹਨਾਂ ਦੇ ਕਮਰੇ ਵਿੱਚ ਗਈ, ਭਾਬੀ ਬਹੁਤ ਖੁਸ਼ ਸੀ। ਉਹ ਮੈਨੂੰ ਕਹਿਣ ਲੱਗੀ ਕਿ ਦੇਖ ਵਿਦਿਆ, ਵਜ਼ਨ ਇੱਕਦਮ ਘੱਟ ਨਹੀਂ ਹੁੰਦਾ, ਕੁਝ ਮਹੀਨੇ ਮਿਹਨਤ ਕਰਨੀ ਪੈਂਦੀ ਹੈ, ਇਸ ਲਈ ਤੂੰ ਇਸ ਤੇਲ ਦਾ ਰੋਜ਼ਾਨਾ ਇਸਤੇਮਾਲ ਕਰਿਆ ਕਰ। ਪਰ ਪਹਿਲਾਂ ਮੈਂ ਤੇਰਾ ਇੱਕ ਹੋਰ ਜਗ੍ਹਾ ਟੈਸਟ ਕਰਵਾਉਣਾ ਚਾਹੁੰਦੀ ਹਾਂ। ਉਸ ਟੈਸਟ ਨਾਲ ਪਤਾ ਚੱਲੇਗਾ ਕਿ ਤੈਨੂੰ ਕਿਸ ਦਵਾਈ ਦੀ ਜ਼ਰੂਰਤ ਹੈ। ਤੂੰ ਤਾਂ ਜਾਣਦੀ ਆਂ ਕਿ ਤੇਰਾ ਮੋਟਾਪਾ ਖਤਰਨਾਕ ਹੱਦ ਤੱਕ ਜਾ ਚੁੱਕਾ ਹੈ। ਹੁਣ ਜੇ ਤੂੰ ਵਿਆਹ ਕਰਵਾਉਂਦੀ ਐ ਤਾਂ ਉਹ ਤਾਂ ਤੈਨੂੰ ਆਪਣੀ ਮਾਂ ਦੇ ਬਰਾਬਰ ਹੀ ਸਮਝੇਗਾ, ਕਿਉਂਕਿ ਤੇਰਾ ਵਜ਼ਨ ਤਾਂ 50 ਸਾਲ ਦੀ ਔਰਤ ਤੋਂ ਵੀ ਜ਼ਿਆਦਾ ਹੈ। ਇਹ ਗੱਲ ਸੁਣ ਕੇ ਮੈਂ ਡਰ ਗਈ। ਮੈਂ ਕਿਹਾ, ਭਾਬੀ ਤੁਸੀਂ ਜਿਹੜਾ ਟੈਸਟ ਕਰਵਾਉਣਾ ਹੈ ਮੈਂ ਤੁਹਾਡੇ ਨਾਲ ਚੱਲਣ ਨੂੰ ਤਿਆਰ ਹਾਂ, ਪਰ ਰੱਬ ਦੇ ਵਾਸਤੇ ਮੇਰੇ ਮੋਟਾਪੇ ਦਾ ਕੁਝ ਕਰੋ। ਭਾਬੀ ਨੇ ਵੀ ਡਾਕਟਰੀ ਦਾ ਕੋਰਸ ਕੀਤਾ ਸੀ, ਇਸ ਲਈ ਮੈਨੂੰ ਉਹਨਾਂ 'ਤੇ ਭਰੋਸਾ ਸੀ। ਭਾਬੀ ਨੇ ਕਿਹਾ ਕਿ ਅੱਜ ਸ਼ਾਮ ਨੂੰ ਚੱਲਾਂਗੇ। ਮੈਂ ਸ਼ਾਮ ਨੂੰ ਤਿਆਰ ਹੋ ਗਈ। ਭਾਬੀ ਨੇ ਉਸੇ ਤਰ੍ਹਾਂ ਰਿਕਸ਼ੇ ਵਾਲੇ ਨੂੰ ਰੋਕਿਆ, ਮੈਨੂੰ ਲੈ ਕੇ ਉਸੇ ਕਲੀਨਿਕ ਵਿੱਚ ਚਲੇ ਗਈ। ਭਾਬੀ ਬੋਲੀ, ਤੂੰ ਇਸ ਕੁਰਸੀ 'ਤੇ ਬੈਠ ਜਾ, ਮੈਂ ਡਾਕਟਰ ਸਾਹਿਬਾ ਨੂੰ ਲੈ ਕੇ ਆਉਂਦੀ ਹਾਂ। ਮੈਂ ਕੁਰਸੀ 'ਤੇ ਬੈਠ ਗਈ। ਕੁਝ ਦੇਰ ਬਾਅਦ ਡਾਕਟਰ ਸਾਹਿਬਾ ਆ ਗਈ। ਉਹ ਮੈਨੂੰ ਆਉਂਦੇ ਹੀ ਕਹਿਣ ਲੱਗੀ ਕਿ ਹੁਣ ਤੂੰ ਪਤਲੀ ਨਜ਼ਰ ਆ ਰਹੀ ਹੈ। ਇਹ ਕਹਿ ਕੇ ਉਹ ਹੱਸਣ ਲੱਗੀ। ਮੈਂ ਹੈਰਾਨ ਸੀ ਕਿ ਅਜਿਹਾ ਤਾਂ ਮੈਨੂੰ ਅੱਜ ਤੱਕ ਕਿਸੇ ਨੇ ਨਹੀਂ ਕਿਹਾ। ਕਿ ਇਹ ਮੈਨੂੰ ਮੂਰਖ ਬਣਾ ਰਹੇ ਹਨ। ਮੈਂ ਦੇਖਿਆ ਉਸ ਔਰਤ ਦੇ ਹੱਥਾਂ ਵਿੱਚ ਕੱਪੜੇ ਸਨ, ਜਿਹੜੇ ਕਿ ਨਵੇਂ ਲੱਗ ਰਹੇ ਸਨ। ਫਿਰ ਉਸ ਔਰਤ ਨੇ ਕੱਪੜੇ ਭਾਬੀ ਨੂੰ ਫੜਾ ਦਿੱਤੇ। ਭਾਬੀ ਨੇ ਉਹ ਕੱਪੜੇ ਮੈਨੂੰ ਦੇ ਦਿੱਤੇ ਤੇ ਕਿਹਾ ਕਿ ਜਾ ਕੇ ਬਾਥਰੂਮ ਵਿੱਚ ਇਹ ਕੱਪੜੇ ਬਦਲ ਕੇ ਆ, ਕਿ ਇਸੇ ਵਿੱਚ ਤੇਰਾ ਚੈੱਕਅਪ ਹੋਵੇਗਾ। ਮੈਂ ਕੱਪੜੇ ਦੇਖੇ ਤਾਂ ਉਹ ਤਾਂ ਕਿਸੇ ਦੁਲਹਨ ਦੇ ਕੱਪੜਿਆਂ ਵਰਗੇ ਲੱਗਦੇ ਸਨ। ਇਹ ਕੱਪੜੇ ਹਸਪਤਾਲਾਂ ਦੇ ਕੱਪੜੇ ਤਾਂ ਹਰਗਿਜ਼ ਨਹੀਂ ਸਨ। ਮੈਂ ਹਲਕੇ ਨੀਲੇ ਰੰਗ ਦੇ ਕੱਪੜਿਆਂ ਤੋਂ ਚੰਗੀ ਤਰ੍ਹਾਂ ਵਾਕਫ ਸੀ, ਜਿਹੜੇ ਕਿ ਹਸਪਤਾਲਾਂ ਵਿੱਚ ਹੁੰਦੇ ਹਨ, ਜਦਕਿ ਇਹ ਕੱਪੜੇ ਬਹੁਤ ਜ਼ਿਆਦਾ ਚਮਕੀਲੇ ਭੜਕੀਲੇ ਸਨ। ਮੈਂ ਹੈਰਾਨ ਭਰੀਆਂ ਨਜ਼ਰਾਂ ਨਾਲ ਭਾਬੀ ਨੂੰ ਤੇ ਉਸ ਔਰਤ ਨੂੰ ਦੇਖਣ ਲੱਗੀ। ਉਹ ਜਾ ਵੀ ਹੁਣ ਕੱਪੜੇ ਬਦਲ ਕੇ ਆ, ਮੈਂ ਤੇਰਾ ਇੰਤਜ਼ਾਰ ਕਰ ਰਹੀ ਹਾਂ। ਮੇਰੇ ਕੋਲ ਇੰਨਾ ਵਕਤ ਨਹੀਂ ਹੈ, ਮੇਰੇ ਕੋਲ ਹੋਰ ਵੀ ਮਰੀਜ਼ ਹਨ। ਫਿਰ ਮੈਂ ਬਾਥਰੂਮ ਵਿੱਚ ਜਾ ਕੇ ਕੱਪੜੇ ਚੇਂਜ ਕਰਕੇ ਬਾਹਰ ਆ ਗਈ। ਉਹ ਕੱਪੜੇ ਮੈਨੂੰ ਬਿਲਕੁਲ ਪੂਰੇ ਸਨ, ਨਹੀਂ ਤਾਂ ਇਸ ਤਰ੍ਹਾਂ ਦੇ ਕੱਪੜੇ ਮੈਨੂੰ ਕਦੇ ਪੂਰੇ ਨਹੀਂ ਆਉਂਦੇ ਸਨ, ਜਿਸ ਤਰ੍ਹਾਂ ਕਿਸੇ ਨੇ ਮੇਰਾ ਨਾਪ ਲੈ ਕੇ ਬਣਾਏ ਹੋਣ। ਫਿਰ ਉਹ ਔਰਤ ਮੈਨੂੰ ਇੱਕ ਕਮਰੇ ਵਿੱਚ ਲੈ ਗਈ ਤੇ ਕਹਿਣ ਲੱਗੀ ਕਿ ਤੂੰ ਇੱਥੇ ਥੋੜ੍ਹੀ ਦੇਰ ਬੈਠ ਤੇ ਹਾਂ, ਤੂੰ ਸਾਹਮਣੇ ਉਸ ਸ਼ੀਸ਼ੇ ਨੂੰ ਦੇਖਣਾ ਹੈ, ਹਿੱਲਣਾ ਜੁਲਣਾ ਨਹੀਂ ਹੈ। ਫਿਰ ਮੈਂ ਉਸ ਔਰਤ ਦੀ ਹਿਦਾਇਤ ਦੇ ਅਨੁਸਾਰ ਉੱਥੇ ਬੈਠੀ ਰਹੀ। ਸਾਹਮਣੇ ਇੱਕ ਸ਼ੀਸ਼ਾ ਲੱਗਿਆ ਹੋਇਆ ਸੀ, ਜਿਸ ਵਿੱਚ ਮੈਂ ਦੇਖ ਰਹੀ ਸੀ। ਮੈਨੂੰ ਇੱਥੇ ਬੈਠੀ ਨੂੰ ਕਾਫੀ ਦੇਰ ਹੋ ਗਈ। ਫਿਰ ਉਸਨੇ ਮੈਨੂੰ ਕਿਹਾ ਕਿ ਤੂੰ ਉੱਠ ਕੇ ਖੜੀ ਹੋ ਜਾ ਤੇ ਹਿੱਲਣਾ ਨਹੀਂ। ਮੈਂ ਤੇਰਾ ਚੈੱਕਅਪ ਦੇ ਲਈ ਕਮਰੇ ਵਿੱਚ ਬਹੁਤ ਵੱਡੀ ਮਸ਼ੀਨ ਸੈੱਟ ਕਰ ਚੁੱਕੀ ਹਾਂ, ਉਸ ਵਿੱਚ ਤੇਰਾ ਚੈੱਕਅਪ ਹੋ ਰਿਹਾ ਹੈ। ਫਿਰ ਉਸਨੇ ਮੇਰੇ ਨਾਲ ਹੋਰ ਵੀ ਗੱਲਾਂ ਕੀਤੀਆਂ ਤੇ ਫਿਰ ਕਹਿਣ ਲੱਗੀ ਕਿ ਹੁਣ ਤੁਸੀਂ ਘਰ ਚਲੇ ਜਾਓ ਤੇ ਮੈਨੂੰ ਹੁਣ 2 ਹਫ਼ਤਿਆਂ ਤੋਂ ਬਾਅਦ ਮਿਲਿਓ। ਜਿਹੜੀ ਦਵਾਈ ਮੈਂ ਤੈਨੂੰ ਦਿੱਤੀ ਹੈ ਉਹ ਹੁਣ ਅਸਰ ਕਰਨ ਲੱਗੀ ਹੈ। ਹੌਲੀ-ਹੌਲੀ ਤੂੰ ਠੀਕ ਹੋ ਜਾਵੇਂਗੀ। ਵੈਸੇ ਵੀ ਤੇਰਾ ਵਜ਼ਨ 5 ਕਿਲੋ ਘਟ ਗਿਆ ਹੈ। ਮੈਂ ਤੇਰਾ ਵਜ਼ਨ ਕਰ ਲਿਆ ਹੈ। ਉਹ ਔਰਤ ਬੋਲੀ ਤਾਂ ਮੈਂ ਹੈਰਾਨ ਹੋ ਗਈ ਕਿ ਵਜ਼ਨ ਕਰਨ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੋਈ। ਫਿਰ ਅਸੀਂ ਘਰ ਆ ਗਏ। ਭਾਬੀ ਇਸ ਵਾਰ ਬਹੁਤ ਪਰੇਸ਼ਾਨ ਸੀ।
ਮੈਨੂੰ ਹੈਰਾਨੀ ਹੋ ਰਹੀ ਸੀ ਕਿਉਂਕਿ ਉਹ ਪਹਿਲਾਂ ਦੀ ਤਰ੍ਹਾਂ ਖੁਸ਼ ਨਹੀਂ ਸੀ ਤੇ ਭਾਬੀ ਨੂੰ ਦੇਖ ਕੇ ਮੈਂ ਵੀ ਪਰੇਸ਼ਾਨ ਹੋ ਰਹੀ ਸੀ ਕਿ ਪਤਾ ਨਹੀਂ ਕੀ ਗੱਲ ਹੈ ਜੋ ਭਾਬੀ ਇੰਨਾ ਪਰੇਸ਼ਾਨ ਹੈ। ਜਿਵੇਂ ਹੀ ਅਸੀਂ ਘਰ ਪਹੁੰਚੇ ਤਾਂ ਭਾਬੀ ਮੈਨੂੰ ਲੈ ਕੇ ਆਪਣੇ ਕਮਰੇ ਵਿੱਚ ਆ ਗਈ। ਬੋਲੀ, ਉਸ ਔਰਤ ਨੇ ਹੋਰ ਤੈਨੂੰ ਕੀ ਕਿਹਾ ਸੀ? ਉਹ ਬੜੀ ਫਿਕਰ ਨਾਲ ਪੁੱਛ ਰਹੀ ਸੀ। ਕੁਝ ਵੀ ਨਹੀਂ ਕਿਹਾ ਸੀ, ਉਸਨੇ ਮੇਰਾ ਚੈੱਕਅਪ ਕੀਤਾ ਸੀ। ਪਰ ਭਾਬੀ, ਇਹਨਾਂ ਕੱਪੜਿਆਂ ਵਿੱਚ ਚੈੱਕਅਪ ਕੌਣ ਕਰਦਾ ਹੈ? ਮੈਂ ਪਰੇਸ਼ਾਨੀ ਨਾਲ ਪੁੱਛਿਆ ਸੀ। ਹਾਂ, ਤੂੰ ਇਸ ਗੱਲ ਦੀ ਫਿਕਰ ਨਾ ਕਰ, ਬਸ ਤੇਰਾ ਰਿਸ਼ਤਾ ਜਲਦੀ ਹੀ ਹੋ ਜਾਵੇਗਾ। ਤੂੰ ਸੱਚਮੁੱਚ ਹੀ ਪਤਲੀ ਲੱਗ ਰਹੀ ਹੈ। ਹੁਣ ਭਾਬੀ ਨੇ ਖੁਸ਼ਾਮਦ ਲਹਿਜੇ ਵਿੱਚ ਕਿਹਾ ਸੀ ਤਾਂ ਮੈਂ ਚੁੱਪ ਕਰ ਗਈ ਕਿ ਜਦ ਸਾਰੇ ਕਹਿ ਰਹੇ ਹਨ ਤਾਂ ਸ਼ਾਇਦ ਪਤਲੀ ਲੱਗ ਰਹੀ ਹੋਵਾਂਗੀ। ਫਿਰ ਭਾਬੀ ਨੇ ਮੈਨੂੰ ਕਿਹਾ ਕਿ ਤੇਰੇ ਪਤਲੀ ਹੋਣ ਦੀ ਵਜ੍ਹਾ ਕਰਕੇ ਹੁਣ ਮੈਂ ਤੇਰੇ ਲਈ ਇੱਕ ਰਿਸ਼ਤਾ ਲੈ ਕੇ ਆਵਾਂਗੀ। ਤੂੰ ਫਿਕਰ ਨਾ ਕਰ, ਮੈਂ ਤੇਰੇ ਲਈ ਬਹੁਤ ਵਧੀਆ ਰਿਸ਼ਤਾ ਲੈ ਕੇ ਆਵਾਂਗੀ। ਜਦ ਮੇਰੀ ਭਾਬੀ ਨੇ ਇਹ ਗੱਲ ਕਹੀ ਤਾਂ ਮੈਂ ਖੁਸ਼ ਹੋ ਗਈ ਸੀ। ਘਰ ਵਿੱਚ ਕਿਸੇ ਨੇ ਵੀ ਮੇਰੇ ਬਚਨ ਬਾਰੇ ਕੋਈ ਗੱਲ ਨਹੀਂ ਕੀਤੀ ਸੀ। 2 ਦਿਨਾਂ ਬਾਅਦ ਮੇਰੀ ਭਾਬੀ ਨੇ ਕਿਹਾ ਕਿ ਮੈਂ ਤੈਨੂੰ ਇੱਕ ਰਿਸ਼ਤਾ ਦਿਖਾਉਣਾ ਚਾਹੁੰਦੀ ਹਾਂ, ਜੇ ਤੈਨੂੰ ਪਸੰਦ ਹੋਇਆ ਤਾਂ ਦੱਸ ਦਈਂ। ਉਹ ਲੋਕ ਸਾਡੇ ਘਰ ਆ ਗਏ ਮਹਿਮਾਨ ਬਣ ਕੇ। ਭਾਬੀ ਨੇ ਉਹਨਾਂ ਨੂੰ ਇਹੀ ਦੱਸਿਆ ਸੀ ਕਿ ਅਜੇ ਤੱਕ ਮੇਰੀ ਨਣਦ ਦਾ ਰਿਸ਼ਤਾ ਨਹੀਂ ਹੋਇਆ, ਪਰ ਉਹ ਤਾਂ ਜਿਵੇਂ ਮੈਨੂੰ ਪਹਿਲਾਂ ਤੋਂ ਹੀ ਜਾਣਦੇ ਹੋਣ। ਇਹ ਤਾਂ ਉਹੀ ਹੈ, ਉਹਨਾਂ ਵਿੱਚੋਂ ਇੱਕ ਔਰਤ ਨੇ ਕਿਹਾ। ਫਿਰ ਉਹ ਦੂਜੀ ਕੁੜੀ ਨੂੰ ਕੁਝ ਦਿਖਾਉਣ ਲੱਗੀ। ਉਸਨੇ ਵੀ ਕਿਹਾ ਕਿ ਹਾਂ, ਇਹ ਤਾਂ ਉਹੀ ਹੈ। ਨਹੀਂ, ਇਹ ਤਾਂ ਬਹੁਤ ਮੋਟੀ ਹੈ। ਪਹਿਲਾਂ ਹੀ ਸਾਡੇ ਖਾਨਦਾਨ ਵਿੱਚ ਅਜਿਹੀਆਂ ਲੜਕੀਆਂ ਦਾ ਮਜ਼ਾਕ ਬਣਦਾ ਹੈ। ਚਲੋ ਇੱਥੇ ਤੋਂ। ਉਹਨਾਂ ਲੋਕਾਂ ਨੇ ਸਾਹਮਣੇ ਹੀ ਕਹਿ ਦਿੱਤਾ, ਮੈਂ ਮੋਟੀ ਲੱਗਦੀ ਹਾਂ ਤੇ ਅਜਿਹੀ ਕੁੜੀ ਨਾਲ ਅਸੀਂ ਰਿਸ਼ਤਾ ਨਹੀਂ ਕਰ ਸਕਦੇ। ਮੇਰਾ ਦਿਲ ਟੁੱਟਿਆ ਸੀ ਪਰ ਮੈਂ ਖਾਮੋਸ਼ ਰਹੀ। ਵੈਸੇ ਵੀ ਮੇਰੀ ਭਾਬੀ ਨੇ ਕਿਹਾ ਸੀ ਕਿ ਜੇ ਇਹਨਾਂ ਲੋਕਾਂ ਨੇ ਤੇਰਾ ਰਿਸ਼ਤਾ ਨਾ ਕੀਤਾ ਤਾਂ ਮੈਂ ਆਪਣੇ ਭਾਈ ਦਾ ਰਿਸ਼ਤਾ ਤੇਰੇ ਲਈ ਖੁਦ ਕਰਵਾਵਾਂਗੀ। ਤੂੰ ਇਸ ਗੱਲ ਦੀ ਫਿਕਰ ਨਾ ਕਰ। ਉਹਨਾਂ ਲੋਕਾਂ ਦੇ ਜਾਣ ਤੋਂ ਬਾਅਦ ਭਾਬੀ ਮੈਨੂੰ ਤਸੱਲੀ ਦੇਣ ਲੱਗੀ। ਬਸ ਇਹ ਆਖਰੀ ਲੋਕ ਸਨ ਜਿਨ੍ਹਾਂ ਤੇ ਮੈਨੂੰ ਭਰੋਸਾ ਸੀ। ਤੂੰ ਫਿਕਰ ਨਾ ਕਰ, ਮੈਂ ਆਪਣੇ ਭਾਈ ਨਾਲ ਸਾਰੀ ਗੱਲ ਕਰ ਲਈ ਹੈ। ਜੇ ਉਹ ਤੇਰੇ ਨਾਲ ਵਿਆਹ ਕਰਵਾਵੇਗਾ ਤਾਂ ਤੇਰੀ ਜ਼ਿੰਦਗੀ ਸਵਰ ਜਾਵੇਗੀ। ਬਸ ਤੂੰ ਥੋੜੀ ਜਿਹੀ ਐਕਸਰਸਾਈਜ਼ ਵੀ ਕਰਿਆ ਕਰ। ਮੇਰਾ ਭਾਈ ਵੀ ਤੈਨੂੰ ਡਾਕਟਰ ਦੇ ਕੋਲ ਲੈ ਕੇ ਜਾਵੇਗਾ, ਉਸ ਨਾਲ ਤੂੰ ਠੀਕ ਹੋ ਜਾਵੇਂਗੀ। ਕੁਝ ਹੀ ਦਿਨਾਂ ਵਿੱਚ ਭਾਬੀ ਦਾ ਭਾਈ ਮੇਰੇ ਲਈ ਰਿਸ਼ਤਾ ਲੈ ਕੇ ਆ ਗਿਆ। ਉਸਨੇ ਮੈਨੂੰ ਦੇਖਿਆ ਤੱਕ ਨਹੀਂ ਸੀ ਤੇ ਮੇਰੇ ਵਿਆਹ ਦੀ ਤਾਰੀਖ ਤੈਅ ਕਰ ਦਿੱਤੀ। ਮੈਂ ਬਹੁਤ ਖੁਸ਼ ਸੀ। ਆਖਿਰ ਭਾਬੀ ਦਾ ਦਿੱਤਾ ਹੋਇਆ ਟੋਟਕਾ ਕੰਮ ਕਰ ਗਿਆ। ਪਰ ਭਾਬੀ ਨੇ ਮੈਨੂੰ ਸਖਤੀ ਨਾਲ ਮਨਾ ਕਰ ਦਿੱਤਾ ਸੀ ਕਿ ਹੁਣ ਤੋਂ ਤੂੰ ਉਹ ਦਵਾਈ ਦਾ ਇਸਤੇਮਾਲ ਨਾ ਕਰੀਂ, ਉਸ ਨਾਲ ਤੈਨੂੰ ਬਹੁਤ ਨੀਂਦ ਆਉਂਦੀ ਹੈ। ਮੈਂ ਭਾਬੀ ਦੀ ਗੱਲ ਚੰਗੀ ਤਰ੍ਹਾਂ ਸਮਝ ਗਈ ਸੀ ਤੇ ਉਸ ਦਵਾਈ ਦਾ ਇਸਤੇਮਾਲ ਨਹੀਂ ਕੀਤਾ। ਮੇਰੇ ਲਈ ਮੇਰੀ ਜ਼ਿੰਦਗੀ ਆਸਾਨ ਹੋ ਗਈ ਸੀ। ਮੇਰਾ ਪਤੀ ਮੈਨੂੰ ਦੇਖਦੇ ਹੀ ਫਿਦਾ ਹੋ ਗਿਆ। ਉਹ ਕਹਿਣ ਲੱਗਿਆ ਕਿ ਤੂੰ ਬਹੁਤ ਸੋਹਣੀ ਹੈ। ਮੈਂ ਤਾਂ ਸਿਰਫ ਆਪਣੀ ਭੈਣ ਦੀ ਖਾਤਰ ਤੇਰੇ ਨਾਲ ਵਿਆਹ ਕਰਵਾਇਆ ਹੈ, ਆਪਣੀ ਭੈਣ ਦਾ ਘਰ ਬਚਾਉਣ ਲਈ। ਨਹੀਂ ਤਾਂ ਤੇਰੇ ਵਰਗੀ ਔਰਤ ਨਾ ਮੈਂ ਕਦੇ ਵੀ ਵਿਆਹ ਨਹੀਂ ਕਰਵਾਉਣਾ ਸੀ। ਸ਼ਾਇਦ ਇਹ ਸੋਚ ਕੇ ਕਿ ਤੇਰਾ ਵਜ਼ਨ ਜ਼ਿਆਦਾ ਹੈ, ਪਰ ਤੇਰੀ ਅਸਲੀ ਖੂਬਸੂਰਤੀ ਮੈਂ ਅੱਜ ਦੇਖੀ ਹੈ। ਕਿਉਂ? ਭੈਣ ਦਾ ਘਰ ਬਚਾਉਣ ਦੇ ਲਈ ਕਿਉਂ? ਮੈਂ ਆਪਣੇ ਪਤੀ ਨੂੰ ਪੁੱਛਿਆ ਤਾਂ ਉਹ ਕਹਿਣ ਲੱਗਿਆ ਕਿ ਮੈਂ ਤੈਨੂੰ ਇਹ ਗੱਲ ਨਹੀਂ ਦੱਸ ਸਕਦਾ। ਮੇਰੀ ਭੈਣ ਨੇ ਮੇਰੇ ਤੋਂ ਵਾਅਦਾ ਲਿਆ ਹੈ, ਜੇ ਮੈਂ ਤੈਨੂੰ ਗੱਲ ਦੱਸਾਂਗਾ ਤਾਂ ਉਹ ਮੇਰੇ ਨਾਲ ਨਾਰਾਜ਼ ਹੋ ਜਾਵੇਗੀ। ਮੈਂ ਬੜੀ ਮੁਸ਼ਕਿਲ ਨਾਲ ਆਪਣੇ ਪਤੀ ਤੋਂ ਇਹ ਗੱਲ ਪਤਾ ਕਰ ਸਕੀ ਤੇ ਪਤਾ ਲੱਗਦੇ ਹੀ ਮੇਰੇ ਰੌਂਗਟੇ ਖੜੇ ਹੋ ਗਏ। ਉਹ ਕਹਿਣ ਲੱਗਿਆ ਕਿ ਮੇਰੀ ਭੈਣ ਤੇਰੇ ਮੋਟਾਪੇ ਦਾ ਇਲਾਜ ਨਹੀਂ ਕਰਾ ਰਹੀ ਸੀ, ਦਰਅਸਲ ਤੈਨੂੰ ਇਸਤੇਮਾਲ ਕਰਕੇ ਪੈਸਾ ਕਮਾਉਣਾ ਚਾਹੁੰਦੀ ਸੀ। ਉਸ ਨੂੰ ਆਪਣੇ ਬ੍ਰਾਂਡ ਦੀ ਮਾਡਲਿੰਗ ਦੇ ਲਈ ਇੱਕ ਮੋਟੀ ਲੜਕੀ ਦੀ ਜ਼ਰੂਰਤ ਸੀ। ਇਸੀ ਵਜ੍ਹਾ ਨਾਲ ਉਹ ਤੈਨੂੰ ਇੱਕ ਏਜੰਸੀ ਦੇ ਕੋਲ ਲੈ ਕੇ ਵੀ ਗਈ ਸੀ, ਪਰ ਉਸਨੇ ਉਹਨਾਂ ਲੋਕਾਂ ਨੂੰ ਕਿਹਾ ਕਿ ਤੂੰ ਇਸ ਤਰ੍ਹਾਂ ਤਾਂ ਤਸਵੀਰਾਂ ਨਹੀਂ ਖਿਚਵਾਵੇਂਗੀ ਤੇ ਤੈਨੂੰ ਕੋਈ ਬਹਾਨਾ ਕਰਕੇ ਤਾਂ ਉਸਨੇ ਇਹ ਸਿਲਸਿਲਾ ਚਲਾਇਆ। 1-2 ਤੇਰੀਆਂ ਤਸਵੀਰਾਂ ਮੈਗਜ਼ੀਨ ਵਿੱਚ ਵੀ ਛਪ ਗਈਆਂ, ਪਰ ਇਸ ਗੱਲ ਤੇ ਤੇਰੀ ਭਾਬੀ ਬਹੁਤ ਪਰੇਸ਼ਾਨ ਹੋਈ ਕਿਉਂਕਿ ਤੂੰ ਮਸ਼ਹੂਰ ਹੋਣ ਲੱਗੀ ਸੀ ਤੇ ਇਹ ਗੱਲ ਜੇ ਤੇਰੇ ਭਾਈ ਨੂੰ ਪਤਾ ਲੱਗ ਜਾਂਦੀ ਤਾਂ ਤੇਰਾ ਭਾਈ ਮੇਰੀ ਭੈਣ ਨੂੰ ਤਲਾਕ ਦੇ ਦਿੰਦਾ। ਬਸ ਇਸੇ ਲਈ ਉਸਨੇ ਤੇਰਾ ਵਿਆਹ ਮੇਰੇ ਨਾਲ ਕਰਵਾ ਦਿੱਤਾ। ਮੇਰਾ ਪਤੀ ਇਹ ਕਹਿ ਕੇ ਖਾਮੋਸ਼ ਹੋ ਗਿਆ, ਪਰ ਮੇਰੇ ਦਿਮਾਗ ਵਿੱਚ ਤਾਂ ਜਿਵੇਂ ਤੂਫਾਨ ਆ ਗਿਆ ਹੋਵੇ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮੇਰੀ ਭਾਬੀ ਮੇਰੇ ਨਾਲ ਅਜਿਹਾ ਕਰੇਗੀ। ਮੇਰੀ ਭਾਬੀ ਮੈਨੂੰ ਆਪਣੇ ਪੈਸਿਆਂ ਦੇ ਲਈ ਇਸਤੇਮਾਲ ਕਰੇਗੀ ਕਿਉਂਕਿ ਉਹ ਵੀ ਇੱਕ ਚੰਗੇ ਘਰਾਣੇ ਦੇ ਨਾਲ ਸੰਬੰਧ ਰੱਖਦੀ ਸੀ। ਪਰ ਚੰਗੀ ਗੱਲ ਇਹ ਸੀ ਕਿ ਉਸਨੇ ਆਪਣੇ ਨੁਕਸਾਨ ਦਾ ਭੁਗਤਾਨ ਕਰ ਦਿੱਤਾ ਸੀ। ਆਪਣੇ ਭਰਾ ਨਾਲ ਮੇਰਾ ਵਿਆਹ ਦਾ ਬੰਦੋਬਸਤ ਕਰ ਦਿੱਤਾ ਸੀ ਤਾਂ ਕਿ ਮੈਂ ਜ਼ਮਾਨੇ ਵਿੱਚ ਜਲੀਲ ਨਾ ਹੋ ਸਕਾਂ। ਆਪਣੀ ਭਾਬੀ ਨੂੰ ਹੁਣ ਮੈਂ ਕੁਝ ਵੀ ਕਹਿ ਨਹੀਂ ਸਕਦੀ ਸੀ ਕਿਉਂਕਿ ਮੇਰੇ ਪਤੀ ਨੇ ਮੈਨੂੰ ਕਸਮ ਦਿੱਤੀ ਸੀ, ਨਹੀਂ ਤਾਂ ਮੇਰੀ ਭਾਬੀ ਮੇਰੇ ਸਾਹਮਣੇ ਬਹੁਤ ਸ਼ਰਮਿੰਦਾ ਹੋਵੇਗੀ।